ਵਰਿਆਂ ਮਗਰੋਂ। ਅੱਜ ਅਸੀਂ ਕਹਾਣੀ ਪੜਾਂਗੇ ਵਰਿਆਂ ਮਗਰੋਂ। ਵਰਿਆਂ ਮਗਰੋਂ ਕਹਾਣੀ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀ ਹੈ। ਅਸੀਂ ਇਸ ਤੋਂ ਪਹਿਲਾਂ ਵੀ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀਆਂ ਕਹਾਣੀਆਂ ਪੜ੍ਹ ਚੁੱਕੇ ਹਾਂ ਤੇ ਉਹਨਾਂ ਦੀਆਂ ਵੀਡੀਓਜ਼ ਪਲੇਲਿਸਟ ਵਿੱਚ ਪਈਆਂ ਨੇ, ਜਾ ਕੇ ਤੁਸੀਂ ਉਹਨਾਂ ਨੂੰ ਸੁਣ ਸਕਦੇ ਹੋ। ਤਾਂ ਵਰਿਆਂ ਮਗਰੋਂ ਕਹਾਣੀ ਡਾਕਟਰ ਦਲੀਪ ਕੌਰ ਟਿਵਾਣਾ ਜੀ ਦੀ ਹੈ, ਜੋ ਕਿ ਉਹਨਾਂ ਦੇ ਕਹਾਣੀ ਸੰਗ੍ਰਹਿ ਤੂੰ ਭਰੀ ਹੁੰਗਾਰਾਂ ਵਿੱਚੋਂ ਲਈ ਗਈ ਹੈ। ਔਰ ਇਹ ਕਹਾਣੀ ਬਹੁਤ ਜ਼ਿਆਦਾ ਸੋਹਣੀ ਹੈ। ਇੱਕ ਕਸਕ ਜੀ ਆ, ਮਤਲਬ ਇੱਕ ਕਸਕ ਜੀ, ਇੱਕ ਦਰਦ ਜਿਹਾ ਹੈ ਇਸ ਕਹਾਣੀ ਦੇ ਵਿੱਚ। ਤਾਂ ਜਿਵੇਂ ਉਹਨਾਂ ਦੀਆਂ ਬਾਕੀ ਕਹਾਣੀਆਂ 'ਚ ਵੀ ਅਸੀਂ ਦੇਖਦੇ ਹਾਂ, ਠੀਕ ਹੈ। ਤਾਂ ਪੂਰੇ ਮਨ ਦੇ ਨਾਲ, ਪੂਰੇ ਦਿਲ ਦੇ ਨਾਲ ਜਦੋਂ ਤੁਹਾਡਾ ਸਮਾਂ ਫ੍ਰੀ ਹੋਵੇ ਉਦੋਂ ਤੁਸੀਂ ਕਹਾਣੀ ਨੂੰ ਸੁਣਨਾ, ਕਹਾਣੀ ਦੇ ਪਾਤਰਾਂ ਨੂੰ ਨੋਟ ਕਰਨਾ ਹੈ। ਔਰ ਕਿਤੇ ਨਾ ਕਿਤੇ ਪੇਪਰਾਂ ਦੇ ਵਿੱਚ ਕੰਮ ਆ ਜਾਂਦਾ ਹੈ, ਨਾਲੇ ਸਾਡੀ ਰੁਚੀ ਬਣੀ ਰਹਿੰਦੀ ਆ। ਤਾਂ ਕਰਦੇ ਹਾਂ ਜੀ ਅੱਜ ਵਾਲੀ ਕਹਾਣੀ। ਹਾਂਜੀ। ਪਾਪਾ, ਇਹ ਮੇਰੀ ਸਹੇਲੀ ਪੰਮੀ ਹੈ, ਸਕੂਲ ਵਿੱਚ ਮੇਰੇ ਨਾਲ ਪੜ੍ਹਦੀ ਹੈ। 8 ਵਰਿਆਂ ਦੀ ਰਾਣੀ ਨੇ ਆਪਣੇ ਪਾਪਾ ਨੂੰ ਚਾਅ ਨਾਲ ਦੱਸਿਆ। ਪੰਮੀ ਪੰਮੀ ਆਖਦਾ ਕਿੰਨਾ ਚਿਰ ਉਹ ਬਾਲੜੀ ਦੀਆਂ ਨਿੱਕੀਆਂ ਨਿੱਕੀਆਂ ਗੁੱਤਾਂ ਨਿੱਕੇ ਨਿੱਕੇ ਹੱਥਾਂ ਨੂੰ ਪਿਆਰ ਦਾ ਨੀਝ ਨਾਲ ਤੱਕਦਾ ਰਿਹਾ। ਪੰਮੀ, ਕੀ ਅੱਜ ਫੇਰ ਤੂੰ ਮੇਰੇ ਘਰ ਆਈ ਹੈ? 10 ਵਰੇ ਹੋਏ ਤੂੰ ਲਿਖਿਆ ਸੀ ਬੀਰਾ। ਗੁਰਬੀਰ ਨੂੰ ਸਭ ਬੀਰਾ ਹੀ ਸੱਦਦੇ ਸਨ। ਕਹਿੰਦੇ ਨੇ ਜੇ ਕਿਸੇ ਦੀ ਕੋਈ ਖੁਆਇਸ਼ ਇੱਕ ਜਨਮ ਵਿੱਚ ਪੂਰੀ ਨਾ ਹੋਵੇ ਤਾਂ ਉਹ ਫਿਰ ਜਨਮ ਧਾਰਦਾ ਹੈ। ਤੇ ਮੈਂ ਵੀ ਤੁਹਾਨੂੰ ਲੱਭਦੀ ਲੱਭਦੀ ਫਿਰ ਆਵਾਂਗੀ। ਕਿ ਇੰਨੇ ਵਰਿਆਂ ਮਗਰੋਂ ਤੈਨੂੰ ਮੇਰੀ ਯਾਦ ਆਈ ਹੈ? ਉਹ ਮਨ ਹੀ ਮਨ ਵਿੱਚ ਸੋਚ ਗਿਆ। 10 ਵਰੇ ਪਹਿਲਾਂ ਉਹਨਾਂ ਦੇ ਘਰ ਇੱਕ ਯਤੀਮ ਕੁੜੀ ਰਹਿੰਦੀ ਸੀ। ਉਸ ਦੀ ਵਿਧਵਾ ਮਾਂ ਗੁਰਬੀਰ ਦੀ ਮਾਂ ਦੀ ਧਰਮ ਭੈਣ ਸੀ ਤੇ ਮਰਨ ਲੱਗੀ ਆਪਣੀ ਨਿਥਾਵੀ ਬੱਚੀ ਉਹਨੂੰ ਸੌਂਪ ਗਈ ਸੀ। ਗੁਰਬੀਰ ਦੀ ਮਾਂ ਭਾਵੇਂ ਵਾਹ ਲੱਗਦੀ ਕੋਈ ਔਖ ਨਹੀਂ ਸੀ ਹੋਣ ਦਿੰਦੀ, ਪਰ ਓਪਰੇ ਘਰ ਵਿੱਚ ਰਹਿਣ ਕਰਕੇ ਉਹ ਹਮੇਸ਼ਾ ਸਹਿਮੀ ਰਹਿੰਦੀ ਹਰ ਕੰਮ ਡਰ ਕੇ ਕਰਦੀ। 13-14 ਵਰਿਆਂ ਦੀ ਬਾਲੜੀ ਉਮਰ ਵਿੱਚ ਹੀ ਉਹ ਅਮੁੱਕ ਪੀੜਾਂ ਦੀ ਤਸਵੀਰ ਬਣ ਗਈ ਸੀ। ਇੱਕ ਦਿਨ ਰਾਤ ਨੂੰ ਗੁਰਬੀਰ ਦੇ ਕੰਨ ਵਿੱਚ ਤਰਾਟ ਪੈਣ ਲੱਗ ਪਈ। ਉਸਨੇ ਸੋਚਿਆ ਪੰਮੀ ਤੋਂ ਤੇਲ ਗਰਮ ਕਰਾ ਕੇ ਪਵਾ ਲਵਾਂ। ਰਾਤ ਅੱਧੀ ਤੋਂ ਉੱਪਰ ਟੱਪ ਚੁੱਕੀ ਸੀ। ਮਾਂ ਜੀ ਦੀ ਨੀਂਦ ਖਰਾਬ ਕਰਨ ਦੇ ਡਰੋਂ ਪੋਲੀ ਕਦਮੀ ਜਾ ਕੇ ਕੋਲ ਪਈ ਪੰਮੀ ਨੂੰ ਜਦੋਂ ਉਸਨੇ ਬੁਲਾਇਆ ਤਾਂ ਅੱਗੋਂ ਉਹਦੀ ਭਰੜਾਈ ਆਵਾਜ਼ ਸੁਣ ਕੇ ਚੌਂਕ ਪਿਆ। ਜਦੋਂ ਉਹ ਤੇਲ ਗਰਮ ਕਰਕੇ ਲਿਆਈ ਤਾਂ ਉਹਦੀਆਂ ਲਾਲ ਹੋਈਆਂ ਤੇ ਸੁੱਜੀਆਂ ਅੱਖਾਂ ਵੱਲ ਤੱਕ ਕੇ ਉਹ ਬੋਲਿਆ, ਕੀ ਗੱਲ ਹੈ ਪੰਮੀ? ਪੰਮੀ ਦਾ ਰੋਕਿਆ ਰੋਣ ਫਿਰ ਡੁੱਲ ਪਿਆ। ਪੰਮੀ ਦੱਸ ਵੀ ਕੀ ਗੱਲ ਹੈ? ਉਹਨੇ ਆਪਣੀ ਪੀੜ ਭੁੱਲ ਦੁਬਾਰਾ ਪੁੱਛਿਆ। ਪੰਮੀ, ਕੀ ਤੂੰ ਮੈਨੂੰ ਐਡਾ ਹੀ ਬੇਗਾਨਾ ਸਮਝਦੀ ਹੈ? ਗੁਰਬੀਰ ਨੇ ਤੇਲ ਉੱਥੇ ਦਾ ਉੱਥੇ ਰੱਖ ਕੇ ਫਿਰ ਪੁੱਛਿਆ। ਵੀਰਾ, ਮੈਂ ਤਾਂ ਆਪਣਾ ਹੀ ਸਮਝਦੀ ਹਾਂ, ਪਰ ਲੋਕ ਨਹੀਂ ਨਾ ਸਮਝਦੇ, ਇਸ ਕਰਕੇ ਜੋ ਮੂੰਹ ਆਉਂਦਾ ਹੈ ਬੱਕ ਚੜ੍ਹਦੇ ਨੇ ਤੇ ਸੋਚ ਲੈਂਦੇ ਨੇ ਮੇਰਾ ਕਿਹੜਾ ਇੱਥੇ ਕੋਈ ਹੈ। ਪੰਮੀ ਨੇ ਰੋਣ ਹਾਕੀ ਆਵਾਜ਼ ਵਿੱਚ ਆਖਿਆ। ਕਿਹਨੇ ਤੈਨੂੰ ਕੁਝ ਆਖਿਆ? ਤੂੰ ਦੱਸ ਤਾਂ ਸਹੀ। ਬਲਵੰਤ ਨੇ ਅੱਜ ਬੜਾ ਰੱਦੀ ਜਿਹਾ ਮਖੌਲ ਕੀਤਾ, ਮੈਨੂੰ ਬੜੀ ਹੀ ਸ਼ਰਮ ਆਈ। ਪੰਮੀ ਨੇ ਦੱਸਿਆ। ਬਲਵੰਤ ਤਾਇਆ ਜੀ ਦਾ ਲੜਕਾ ਜਾਂ ਆਪਣਾ ਗੁਆਂਢੀ? ਤਾਇਆ ਜੀ ਦਾ ਲੜਕਾ, ਪੰਮੀ ਨੇ ਦੱਸਿਆ। ਤੂੰ ਮਾਂ ਜੀ ਨੂੰ ਕਿਉਂ ਨਾ ਦੱਸਿਆ? ਜੇ ਜੁੱਤੀਆਂ ਮਾਰ ਕੇ ਨਾ ਕੱਢਦੇ ਉਦੋਂ ਹੀ। ਚੰਗਾ, ਕੱਲ ਨੂੰ ਕਾਲਜ ਦੱਸੂਗਾ ਪਤਾ ਉਸਨੂੰ। ਗਧੇ ਬੰਦੇ ਨੇ ਸਮਝਿਆ ਕੀ ਹੈ ਆਪਣੇ ਆਪ ਨੂੰ? ਗੁਰਬੀਰ ਹਰਖ ਕੇ ਬੋਲਿਆ। ਨਾ ਵੀਰਾ, ਤੂੰ ਉਹਨੂੰ ਕੁਝ ਨਾ ਆਖੀ। ਜੇ ਕਦੇ ਕੁਝ ਆਖਿਆ ਮੈਂ ਮਾਂ ਜੀ ਨੂੰ ਦੱਸ ਦਿਆਂਗੀ। ਪੰਮੀ ਦੇ ਕਹਿਣ ਅਨੁਸਾਰ ਗੁਰਬੀਰ ਨੇ ਬਲਵੰਤ ਨੂੰ ਤਾਂ ਕੁਝ ਨਾ ਆਖਿਆ, ਪਰ ਉਸ ਦਿਨ ਤੋਂ ਉਸਨੂੰ ਪੰਮੀ ਦਾ ਬੜਾ ਖਿਆਲ ਹੋ ਗਿਆ। ਘਰ ਵਿੱਚ ਜਦੋਂ ਵੀ ਕੋਈ ਗੱਲ ਹੁੰਦੀ ਉਹ ਪੰਮੀ ਦਾ ਪੱਖ ਕਰਦਾ, ਆਪਣੀਆਂ ਕਿਤਾਬਾਂ ਵੀ ਪੜ੍ਹਨ ਨੂੰ ਦੇ ਦਿੰਦਾ, ਕਦੇ ਕਦੇ ਕੋਈ ਨਿੱਕੀ ਮੋਟੀ ਚੀਜ਼ ਵੀ ਲਿਆ ਦਿੰਦਾ। ਬਦਲੇ ਵਿੱਚ ਪੰਮੀ ਉਹਦਾ ਕਮਰਾ ਸਾਫ਼ ਕਰ ਦਿੰਦੀ, ਰੁਮਾਲ ਲੇੜ ਦਿੰਦੀ, ਕੱਪੜੇ ਇਸਤਰੀ ਕਰ ਦਿੰਦੀ ਤੇ ਵੇਲੇ ਕਵੇਲੇ ਮਾੜੇ ਮੋਟੇ ਜੋੜ ਕੇ ਰੱਖੇ ਰੁਪਈਏ ਵੀ ਉਸ ਰੁਪਈਆਂ ਵਿੱਚੋਂ ਉਧਾਰ ਵੀ ਦੇ ਦਿੰਦੀ। ਪੰਮੀ, ਜਦੋਂ ਤੂੰ ਆਪਣੇ ਸਹੁਰੇ ਚਲੀ ਜਾਵੇਂਗੀ ਫਿਰ ਮੇਰੇ ਕੰਮ ਕੌਣ ਕਰਿਆ ਕਰੂ? ਇੱਕ ਦਿਨ ਗੁਰਬੀਰ ਨੇ ਪੰਮੀ ਨੂੰ ਸ਼ਰਾਰਤ ਨਾਲ ਪੁੱਛਿਆ। ਫਿਰ ਭਾਬੀ ਆ ਜਾਵੇਗੀ ਵੀਰਾ, ਪੰਮੀ ਜਵਾਬ ਦਿੱਤਾ। ਭਾਬੀ ਮੇਰੇ ਕੰਮ ਕਰਨ ਦੀ ਥਾਂ ਖਬਰੇ ਆਪਣੇ ਵੀ ਮੇਥੋਂ ਵੀ ਕਰਵਾਇਆ ਕਰੂ। ਨਾ ਸੱਚ ਵੀਰਾ, ਮੈਂ ਤਾਂ ਸਹੁਰੇ ਜਾਣਾ ਹੀ ਨਹੀਂ, ਪੰਮੀ ਨੇ ਕੁੜੀਆਂ ਵਾਲੇ ਓਪਰੇ ਰੋਸ ਨਾਲ ਆਖਿਆ। ਸੱਚੀ ਪੰਮੀ? ਗੁਰਬੀਰ ਨੇ ਸਧਨਾਈਆਂ ਅੱਖਾਂ ਨਾਲ ਉਹਦੇ ਵੱਲ ਤੱਕ ਕੇ ਆਖਿਆ। ਕੁਝ ਚਿਰ ਤੋਂ ਪੰਮੀ ਉਸਨੂੰ ਬੜੀ ਹੀ ਪਿਆਰੀ ਲੱਗ ਲੱਗ ਗਈ ਸੀ। ਪਹਿਲਾਂ ਤਾਂ ਕਦੇ ਉਸਨੇ ਦੇਖਿਆ ਹੀ ਨਹੀਂ ਸੀ ਕਿ ਪੰਮੀ ਹੱਸਦੀ ਕਿੱਡੀ ਸੋਹਣੀ ਤਰ੍ਹਾਂ ਹੈ, ਬੋਲਦੀ ਕਿੰਨਾ ਮਿੱਠਾ ਹੈ, ਧੀਮੀ ਕਿੱਡੀ ਹੈ। ਇੱਕ ਦਿਨ ਗੁਰਬੀਰ ਨੇ ਲਾਡ ਨਾਲ ਉਹਦੀ ਗੁੱਤ ਖਿੱਚ ਦਿੱਤੀ, ਉਹਦੀ ਬਾਂਹ ਮਰੋੜ ਦਿੱਤੀ। ਪੰਮੀ ਨਾਰਾਜ਼ ਹੋ ਗਈ। ਵੀਰਾ, ਮੈਂ ਤੁਹਾਡੇ ਘਰ ਰਹਿੰਦੀ ਹਾਂ, ਜਿਸ ਕਰਕੇ ਅੱਗੋਂ ਹੰਝੂਆਂ ਨੇ ਉਹਦਾ ਗਲਾ ਰੋਕ ਲਿਆ। ਪੰਮੀ, ਪਰਮਾਤਮਾ ਦੀ ਕਸਮ, ਮੈਂ ਤਾਂ ਤੈਨੂੰ ਪਿਆਰ ਕਰਦਾ ਹਾਂ, ਗੁਰਬੀਰ ਨੇ ਤਰਲੇ ਨਾਲ ਆਖਿਆ। ਪੰਮੀ ਚੌਂਕ ਪਈ। ਕੁਝ ਚਿਰ ਉਹ ਗੁਰਬੀਰ ਵੱਲ ਰੋਣ ਹਾਕੀ ਹੋਈ ਤੱਕਦੀ ਰਹੀ ਤੇ ਫਿਰ ਇੱਕ ਉਹਦੇ ਗਲ ਲੱਗ ਕੇ ਰੋ ਪਈ। ਉੱਪਰੋਂ ਭਾਵੇਂ ਸਭ ਕੁਝ ਪਹਿਲਾਂ ਵਾਂਗ ਰਹੀ ਸੀ,
ਪਰ ਗੁਰਬੀਰ ਦਾ ਦਿਲ ਦਿਮਾਗ ਨਵੀਆਂ ਉਮੰਗਾਂ, ਨਵੀਆਂ ਰੀਝਾਂ, ਨਵੀਆਂ ਸੋਚਾਂ, ਨਵੀਆਂ ਸਕੀਮਾਂ ਨੇ ਨਸ਼ਿਆ ਦਿੱਤਾ ਸੀ। ਪੰਮੀ ਆਪਣੇ ਆਪ ਕਦੇ ਹੱਸ ਪੈਂਦੀ, ਕਦੇ ਰੋ ਪੈਂਦੀ। ਬੀ ਦਾ ਇਮਤਿਹਾਨ ਦੇ ਕੇ ਗੁਰਬੀਰ ਨੇ ਆਪਣੀ ਭੈਣ ਕੋਲ ਦਿੱਲੀ ਜਾਣ ਲੱਗਿਆ ਪੰਮੀ ਨੂੰ ਪੁੱਛਿਆ, ਪੰਮੀ ਤੇਰੇ ਲਈ ਕੀ ਲੈ ਕੇ ਆਵਾਂ? ਤੁਸੀਂ ਆਪ ਹੀ ਆ ਜਾਇਓ, ਪੰਮੀ ਨੇ ਹੱਸ ਕੇ ਆਖਿਆ। ਪਰ ਉਧਰੋਂ ਮਾਂ ਜੀ ਨੂੰ ਵੀ ਆਉਂਦਿਆਂ ਵੇਖ ਕੇ ਉਹ ਚੇਪ ਗਈ। ਗੁਰਬੀਰ ਨੂੰ ਮਿਲਿਆ ਅਜੇ 10 ਕੁ ਦਿਨ ਹੀ ਗੁਰਬੀਰ ਨੂੰ ਗਿਆ ਅਜੇ 10 ਕੁ ਦਿਨ ਹੀ ਹੋਏ ਸਨ ਕਿ ਉਸਨੂੰ ਮਾਂ ਦੀ ਚਿੱਠੀ ਮਿਲੀ ਕਿ ਪੰਮੀ ਲਈ ਵਾਰ ਲੱਭ ਪਿਆ ਹੈ, ਉਹਦਾ ਇਹਨਾਂ ਨਰਾਤਿਆਂ ਵਿੱਚ ਹੀ ਵਿਆਹ ਕਰ ਦੇਣਾ ਹੈ। ਤੂੰ ਚਿੱਠੀ ਦੇਖਦੇ ਸਾਰ ਹੀ ਆ ਜਾ, ਦਿਨ ਥੋੜੇ ਨੇ ਤੇ ਕੰਮ ਅਜੇ ਸਾਰੇ ਹੀ ਕਰਨ ਵਾਲੇ ਪਏ ਨੇ। ਗੁਰਬੀਰ ਉਸੇ ਦਿਨ ਗੱਡੀ ਚੜ੍ਹ ਪਿਆ। ਅੱਗੇ ਤਿਆਰੀਆਂ ਹੋ ਰਹੀਆਂ ਸਨ। ਮਾਂ ਜੀ ਤੋਂ ਪੁਨ ਅਰਥ ਵਿਆਹ ਦਾ ਚਾਅ ਚੁੱਕਿਆ ਨਹੀਂ ਸੀ ਜਾਂਦਾ। ਪੰਮੀ ਦਾ ਮੂੰਹ ਉੱਡਿਆ ਪਿਆ ਸੀ। ਗੁਰਬੀਰ ਨੂੰ ਸਮਝ ਨਾ ਲੱਗੇ ਕਿ ਕਰੇ ਤਾਂ ਕੀ ਕਰੇ। ਪੰਮੀ ਵੱਲ ਤੱਕਦਿਆਂ ਹੀ ਉਹਨੂੰ ਡੋਬ ਪੈਣ ਲੱਗ ਜਾਂਦੇ। ਪਰ ਪੰਮੀ ਇੱਕ ਪੱਥਰ ਦੀ ਮੂਰਤ ਵਾਂਗ ਖਾਮੋਸ਼ ਸੀ, ਨਜ਼ਰਾਂ ਝੁਕੀਆਂ ਹੋਈਆਂ, ਬੁੱਲ ਮਿੱਟੇ ਹੋਏ। ਦਿਨ ਲੰਘਦੇ ਗਏ। ਬਰਾਤ ਆਈ, ਵਿਆਹ ਹੋ ਗਿਆ। ਅਗਲੇ ਸਵੇਰ ਪੰਮੀ ਨੇ ਚਲੇ ਜਾਣਾ ਸੀ। ਗੁਰਬੀਰ ਨੂੰ ਹੌਲ ਪਏ। ਉਹਨੂੰ ਪੰਮੀ ਦੇ ਪਾਲਿਆ ਬੂਟਿਆਂ ਨੂੰ ਵੀ ਹੌਲ ਪੈਂਦੇ ਲੱਗੇ। ਉਸ ਦੀਆਂ ਬਚਪਨ ਦੀਆਂ ਸਾਂਭ ਰੱਖੀਆਂ ਗੁੱਡੀਆਂ ਨੂੰ ਵੀ ਹੌਲ ਪੈਂਦੇ ਪਾਸੇ। ਪਰ ਸਭ ਦੇ ਸਭ ਮਜਬੂਰ ਸਨ। ਰਾਤ ਨੂੰ ਸਭ ਸੌਂ ਗਏ, ਸਾਰੀ ਫਜ਼ਾ ਸੌਂ ਗਈ। ਪਰ ਗੁਰਬੀਰ ਨੂੰ ਨੀਂਦ ਕਿੱਥੇ? ਚੌਖੀ ਰਾਤ ਗਈ। ਉਹ ਪੰਮੀ ਦੇ ਕੋਲ ਆਇਆ ਤੇ ਆਖਣ ਲੱਗਾ, ਮੈਨੂੰ ਸਵੇਰ ਨੂੰ ਪਾਉਣ ਲਈ ਕੋਈ ਪੈਂਟ ਨਹੀਂ ਲੱਭਦੀ, ਦੱਸ ਤਾਂ ਜਾ ਕਿੱਥੇ ਰੱਖ ਦਿੱਤੀਆਂ ਨੇ ਸਾਰੀਆਂ। ਚੂੜਾ ਪੈਨੀ ਸੁੱਭਰ ਵਲੇਟੀ। ਹੌਲੀ ਹੌਲੀ ਤੁਰਦੀ ਪੰਮੀ ਉਹਦੇ ਕਮਰੇ ਵਿੱਚ ਆ ਗਈ। ਵੀਰ ਆਖਦਿਆਂ ਪੰਮੀ ਰੋ ਪਈ। ਗੁਰਬੀਰ ਉਹਦੇ ਚੂੜੇ ਵੱਲ ਤੱਕਦਾ ਤਲਮਲਾ ਕੇ ਅੱਗੇ ਵਧਿਆ। ਪੰਮੀ ਤਰਬਕੀ, ਨਹੀਂ ਵੀਰਾ ਨਹੀਂ। ਉਹਨੂੰ ਜਿਵੇਂ ਕੋਈ ਭੁੱਲੀ ਗੱਲ ਚੇਤੇ ਆ ਗਈ ਹੋਵੇ ਤੇ ਉਹ ਕਾਹਲੀ ਨਾਲ ਕਮਰੇ ਵਿੱਚ ਚਲੀ ਗਈ। ਗੁਰਬੀਰ ਲੜਖੜਾਉਂਦੇ ਕਦਮਾਂ ਨਾਲ ਦਰਵਾਜ਼ੇ ਤੱਕ ਗਿਆ ਤੇ ਕਿੰਨਾ ਚਿਰ ਉੱਥੇ ਹੀ ਖੜੋਤਾ ਰਿਹਾ। ਅਗਲੀ ਸਵੇਰ ਪੰਮੀ ਸੋਹਰੀ ਚਲੀ ਗਈ ਤਾਂ ਉਹ ਇੱਕ ਗ੍ਰੰਥੀ ਨਾਲ ਵਿਆਹੀ ਗਈ ਸੀ। ਕਿਸੇ ਦੇ ਘਰ ਪਲੀ ਯਤੀਮ ਨੂੰ ਹੋਰ ਭਲਾ ਲੈਂਦਾ ਵੀ ਕੌਣ ਸੀ। ਵਿਆਹਲੀ ਜਾ ਕੇ ਜਦੋਂ ਉਹ ਵਾਪਸ ਆਈ, ਗੁਰਬੀਰ ਕਿਤੇ ਬਾਹਰ ਗਿਆ ਹੋਇਆ ਸੀ। ਦੂਸਰੇ ਦਿਨ ਹੀ ਉਹ ਮੁੜ ਗਈ ਕਿਉਂਕਿ ਵਹੁਟੀ ਮਰਨ ਪਿੱਛੋਂ ਗ੍ਰੰਥੀ ਨੂੰ ਛੋਟੇ ਉੱਪਰੋਂ ਥਲੀ ਦੇ 3 ਬੱਚੇ ਸਾਹਮਣੇ ਬੜੇ ਔਖੇ ਹੋ ਰਹੇ ਸਨ। ਗੁਰਬੀਰ ਬਥੇਰਾ ਮਨ ਹੋਰ ਪਾਸੇ ਪਾਉਣ ਦੀ ਕੋਸ਼ਿਸ਼ ਕਰਦਾ ਪਰ ਖਿਆਲ ਮੁੜ ਮੁੜ ਪੰਮੀ ਤੇ ਹੀ ਜਾ ਪਹੁੰਚਦੇ। ਇਸ ਤਰ੍ਹਾਂ ਮਹੀਨਾ ਲੰਘ ਗਿਆ। ਅਚਾਨਕ ਉਸ ਨੂੰ ਪੰਮੀ ਦੀ ਤਾਰ ਮਿਲੀ। ਉਹਨੂੰ ਸੱਦਿਆ ਸੀ। ਉਹ ਤਿਆਰ ਹੀ ਹੋ ਰਿਹਾ ਸੀ ਕਿ ਡਾਕੀਆ ਇੱਕ ਉਸ ਦੀ ਚਿੱਠੀ ਵੀ ਦੇ ਗਿਆ। ਲਿਖਿਆ ਸੀ, ਵੀਰਾ ਬੜਾ ਦਿਲ ਕਰਦਾ ਸੀ ਕਦੇ ਤੇਰੇ ਨਾਲ ਬਹੁਤ ਸਾਰੀਆਂ ਗੱਲਾਂ ਕਰਾਂ, ਪਰ ਹੁਣ ਤੇ ਵਕਤ ਨਹੀਂ ਰਿਹਾ। ਮਹੀਨਾ ਪਰ ਇਹ ਬਾਹਰ ਗਏ ਰਹੇ। ਮੈਂ ਇਹਨਾਂ ਦੇ ਬੱਚਿਆਂ ਨੂੰ ਬੜੀ ਚੰਗੀ ਤਰ੍ਹਾਂ ਸਾਂਭਿਆ, ਇਹਨਾਂ ਦੇ ਘਰ ਦਾ ਵੀ ਖਿਆਲ ਰੱਖਿਆ, ਇਹਨਾਂ ਦੀ ਬੁੱਢੀ ਮਾਂ ਦੀ ਵੀ ਅੰਤਾਂ ਦੀ ਸੇਵਾ ਕੀਤੀ। ਇਹ ਬੜੇ ਖੁਸ਼ ਹੋਏ। ਮੈਂ ਇਹਨਾਂ ਨੂੰ ਆਖਿਆ, ਮੈਂ ਜ਼ਿੰਦਗੀ ਭਰ ਤੁਹਾਡੇ ਸਾਰੇ ਕੰਮ ਇਉਂ ਹੀ ਕਰਦੀ ਜਾਵਾਂਗੀ। ਜੇ ਤੁਹਾਡੇ ਬੱਚੇ ਹਨ, ਤੁਸੀਂ ਬੜੇ ਵਿਆਹਤ ਜੀਵਨ ਜੀ ਲਿਆ ਹੈ, ਤੁਸੀਂ ਗੁਰਦੁਆਰੇ ਦੇ ਗ੍ਰੰਥੀ ਹੋ, ਰੱਬ ਬੜਾ ਖੁਸ਼ ਹੋਵੇਗਾ ਕਿਉਂਕਿ ਪਿਆਰ ਤੋਂ ਬਿਨਾਂ ਵਿਆਹਤ ਜੀਵਨ ਵੀ ਮੈਨੂੰ ਵਿਚਾਰ ਨਾਲੋਂ ਘੱਟ ਨਹੀਂ ਲੱਗਦਾ। ਉਹ ਬੜਾ ਉੱਚਾ ਨੀਵਾਂ ਬੋਲੇ ਤੇ ਅਖੀਰ ਵਿੱਚ ਕਹਿਣ ਲੱਗੇ, ਜੇ 2 ਬਦਮਾਸ਼ਾਂ ਨੂੰ ਸੱਦ ਕੇ ਵੀਰਾ ਕੀ ਮੈਂ ਇਹ ਦਿਨ ਦੇਖਣ ਲਈ ਜਿਉਂਦੀ ਰਹੀ ਸਾਂ? ਵਿਆਹ ਤੋਂ ਪਹਿਲਾਂ ਵੀ ਮੈਨੂੰ ਮਰਨ ਦਾ ਖਿਆਲ ਆਇਆ ਸੀ। ਸੋਚਿਆ ਤੁਹਾਨੂੰ ਉਡੀਕ ਲਵਾਂ, ਤੁਸੀਂ ਆਏ ਤਾਂ ਵਕਤ ਲੰਘ ਚੁੱਕਿਆ ਸੀ। ਉਸ ਵੇਲੇ ਮੈਨੂੰ ਜੇ ਕੁਝ ਹੋ ਜਾਂਦਾ ਵਿਚਾਰੇ ਮਾਂ ਜੀ ਨੂੰ ਬੜਾ ਦੁੱਖ ਹੋਣਾ ਸੀ। ਲੋਕਾਂ ਗੱਲਾਂ ਬਣਾਉਣੀਆਂ ਸਨ। ਪਰ ਵੀਰਾ ਹੁਣ ਹੋਰ ਮੈਥੋਂ ਜਰਿਆ ਨਹੀਂ ਜਾਂਦਾ। ਤੂੰ ਆਖੇਂਗਾ ਮੈਂ ਬੁਜ਼ਦਿਲ ਹਾਂ ਜੋ ਜ਼ਿੰਦਗੀ ਦੀਆਂ ਔਖਾਂ ਤੋਂ ਭਾਂਜ ਖਾ ਗਈ, ਪਰ ਇਸ ਤਰ੍ਹਾਂ ਜੀ ਕੇ ਵੀ ਮੈਂ ਕੀ ਕਰ ਲਵਾਂਗੀ। ਵੀਰਾ ਕਹਿੰਦੇ ਨੇ, ਬੰਦੇ ਦੀ ਜੇ ਕੋਈ ਖੁਆਇਸ਼ ਇੱਕ ਜਨਮ ਵਿੱਚ ਪੂਰੀ ਨਾ ਹੋਵੇ ਤਾਂ ਉਹ ਫਿਰ ਜਨਮ ਧਾਰਦਾ ਹੈ ਤੇ ਮੈਂ ਵੀ ਤੁਹਾਨੂੰ ਲੱਭਦੀ ਫਿਰ ਆਵਾਂਗੀ। ਕਾਲੀ ਚਿੱਠੀ ਖਤਮ ਕਰਦੇ ਉਹ ਸਟੇਸ਼ਨ ਵੱਲ ਨੂੰ ਦੌੜਿਆ ਤੇ ਬਿਨਾਂ ਟਿਕਟ ਲਏ ਹੀ ਤੁਰੀ ਜਾਂਦੀ ਗੱਡੀ ਤੇ ਜਾ ਚੜਿਆ। ਅਗਲੇ ਸਟੇਸ਼ਨ ਤੇ ਗਾਰਡ ਨੂੰ ਆ ਕੇ ਉਹਨੇ ਆਪਣਾ ਟਿਕਟ ਬਣਵਾ ਲਿਆ ਤੇ ਸਵੇਰ ਨੂੰ ਪੁੱਛਦਾ ਪਛਾਂਦਾ ਗ੍ਰੰਥੀ ਦੇ ਘਰ ਜਾ ਪਹੁੰਚਿਆ। ਅੱਗੇ ਕੁਰਲਾਹਟ ਮਚੀ ਹੋਈ ਸੀ। ਪੰਮੀ ਸਿੱਧੀ ਸਤੋਰ ਜ਼ਮੀਨ ਤੇ ਚਿੱਟੇ ਕੱਪੜੇ ਨਾਲ ਢਕੀ ਹੋਈ ਪਈ ਸੀ। ਗੁਰਬੀਰ ਰੋਂਦਾ ਕੁਰਲਾਉਂਦਾ ਸ਼ਹਿਰ ਦੇ ਸਿਵਲ ਸਰਜਨ ਨੂੰ ਬੁਲਾ ਲਿਆਇਆ। ਦੇਖਦਾ ਕਿ ਉਹਨੇ ਆਖਿਆ, किसी भारी सदमे के कारण लहू का पानी बन गया, अब इसमें क्या है। ਫਿਰ ਗੁਰਬੀਰ ਨੂੰ ਪਤਾ ਹੀ ਨਾ ਲੱਗਾ ਕਿ ਕੀ ਹੋਇਆ ਤੇ ਕੀ ਨਾ ਹੋਇਆ। ਅਗਲੇ ਦਿਨ ਜਦੋਂ ਸੁਰਤ ਆਈ ਤਾਂ ਉਹ ਆਪਣੇ ਘਰ ਹੀ ਸੀ ਤੇ ਸਾਰਾ ਟੱਬਰ ਉਹਦੇ ਆਲੇ ਦੁਆਲੇ ਬੈਠਾ ਸੀ। ਪੰਮੀ ਕਿੱਥੇ ਹੈ? ਉਹਨੇ ਮਾਂ ਜੀ ਦੇ ਉਦਾਸ ਮੂੰਹ ਵੱਲ ਤੱਕ ਕੇ ਪੁੱਛਿਆ। ਪੰਮੀ ਜਿਹਦੀ ਸੀ ਉਹ ਲੈ ਗਿਆ ਪੁੱਤਰਾ, ਤੁਹਾਡੇ ਅੱਗੇ ਕਿਹਦਾ ਜ਼ੋਰ ਹੈ? ਪੰਮੀ ਮਰ ਗਈ? ਉਹਨੇ ਜਿਵੇਂ ਆਪਣੇ ਆਪ ਕੋਲ ਪੁੱਛਿਆ। ਫਿਰ ਦਿਨ ਲੰਘਦੇ ਗਏ, ਮਹੀਨੇ ਬੀਤਦੇ ਗਏ ਤੇ ਵਰਾ ਲੰਘ ਗਿਆ। ਉਹ ਅੜ ਖੜਾਉਂਦੇ ਮਨ ਨੂੰ ਹੋਰ ਪਾਸੇ ਲਾਉਣ ਲੱਗਾ। ਫਿਰ ਵਿਆਹ ਹੋ ਗਿਆ, ਜ਼ਖਮ ਭਰਿਆ ਲੱਗਣ ਲੱਗਾ। ਪਰ ਕਦੇ ਪੰਮੀ ਉਹਨੂੰ ਬੜੀ ਯਾਦ ਆਉਂਦੀ। ਹਨੇਰੇ ਵਿੱਚ ਉਹ ਪੰਮੀ ਦੇ ਸਾਹ ਸੁਣਨ ਦੀ ਕੋਸ਼ਿਸ਼ ਕਰਦਾ। ਉਸ ਦੀ ਤਸਵੀਰ ਨਾਲ ਬੇਧਿਆਨੀ ਹੀ ਗੱਲਾਂ ਕਰਨ ਲੱਗ ਜਾਂਦਾ। ਫਿਰ ਇੱਕ ਦਿਨ ਬਾਜ਼ਾਰ ਵਿੱਚ ਇੱਕ ਕੁੜੀ ਉਹਦੇ ਵੱਲ ਪੰਮੀ ਵਾਂਗ ਹੀ ਤੱਕਦੀ ਅਗਾਂਹ ਲੰਘ ਗਈ। ਪੰਮੀ, ਉਹਦੇ ਦਿਲ ਨੇ ਕੁਰਲਾ ਕੇ ਆਖਿਆ, ਪੰਮੀ ਮੈਨੂੰ ਤੇਰੇ ਬਿਨਾਂ ਕਿਵੇਂ ਇੰਨੇ ਵਰੇ ਸਰਦਾ ਰਿਹਾ? ਤੂੰ ਕਿੱਥੇ ਚਲੇ ਗਈ ਹੈ? ਤੂੰ ਆਂਦੀ ਸੈ ਮੈਂ ਫਿਰ ਆਵਾਂਗੀ, ਆਈ ਕਿਉਂ ਨਹੀਂ? ਕਦੋਂ ਆਵੇਂਗੀ? ਉਹਦਾ ਮਨ ਰੋ ਪੁੱਛਦਾ। ਅੱਜ ਉਹਦੀ ਧੀ ਨੇ ਜਦੋਂ ਆਖਿਆ
ਪਾਪਾ ਇਹ ਪੰਮੀ ਹੈ। ਉਹਦੀਆਂ ਅੱਖਾਂ ਡੁਬਡੁਬਾ ਆਈਆਂ, ਹੈਰਾਨ ਖੜੀ ਬਾਲੜੀ ਦੇ ਨਿੱਕੇ ਨਿੱਕੇ ਹੱਥਾਂ ਤੇ ਪਿਆਰ ਦਿੰਦਾ ਉਹ ਕਹਿ ਰਿਹਾ ਸੀ, ਪੰਮੀ ਵਰਿਆਂ ਪਿੱਛੋਂ ਅੱਜ ਤੈਨੂੰ ਅੱਜ ਆਉਣ ਦਾ ਚੇਤਾ ਆਇਆ ਏ ਪੰਮੀ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਇੰਨੀ ਹੀ ਕਹਾਣੀ ਸੀ। ਪਾਤਰ ਤੁਸੀਂ ਦੇਖ ਹੀ ਲਏ ਨੇ ਕਿਹੜੇ ਕਿਹੜੇ ਨੇ ਪੰਮੀ, ਤੇ ਬਾਕੀ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਕਿ ਕਹਾਣੀ ਕਿਹੋ ਜਿਹੀ ਲੱਗੀ, ਤੇ ਹੋ ਸਕੇ ਤਾਂ ਇਸ ਦੇ ਪਾਤਰਾਂ ਬਾਰੇ ਵੀ ਜ਼ਰੂਰ ਦੱਸਣਾ। ਠੀਕ ਹੈ ਜੀ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।